सतनाम वाहिगुरु साहिब जीओ। एको एक कहे सब कोई, हूँ मैं गर्भ व्यापै अंतर बाहर एक पछाणै। ओंकार महल संजापै एको एक कहे सब कोई, हूँ मैं गर्भ व्यापै अंतर बाहर एक पछाणै। ओंकार महल संजापै प्रभ नेड़े हर दूर न जानो। प्रभ नेड़े हर दूर न जानो। एको सृष्ट सबाई एक ओंकार और नहीं दूजा। नानक एक समाई प्रभ नेड़े हर दूर न जानहु। एको सृष्ट सबाई एक ओंकार अवर नहीं दूजा। नानक एक समाई। वाहिगुरु जी का खालसा वाहिगुरु जी की फतेह। सतगुरु गरीब नवाज पातशाह दसां पातशाहियां दे स्वरूप सतगुरु श्री गुरु ग्रंथ साहिब जी दी चरण शरण अंदर शोभायमान सत्कारयोग साध संगत जीओ। आप जी ने गुरु नानक देव पातशाह जी दे द्वारा उचारण कीती हुई बाणी विचों दखणी ओंकार दा एक श्लोक सुनिया है। ये सारी ही बाणी एक पंडित दे नाल संवाद दे रूप विच उचारी गई है, जिहड़ा बार बार क्योंकि उस दे कम नूं सतगुरु ने खंडित किया, मूर्ति नूं ओंकार कहंदा सी। हजूर ने कहा वो ते रब दा नाम है। तू एक छोटे जे दायरे विच उन्होंने रोकिया। उन्हें फिर पुछया भी किन्ने लोग सारा जगत लखां दी गिनती विच हर रोज अपने अपने धर्म के अनुसार काम कर रहे हैं। कोई राम राम जपदा है, कोई अल्लाह कहंदा है, कोई हरि कहंदा है। किन्ने नाम जपे जांदे। नाम भी बड़े ने ते जपण वालियां दी कमी नहीं ते लखां नूं पार कर जांदे ने। कोई तीर्थां वल जा रहा है, कोई यात्रावां कर रहा है, कोई पाठ पढ़ रहा है। ये सारा कुछ कीतियां कुछ हुंदा क्यों नहीं, उन्हें सवाल किया। और एक सच है, जिस काम नूं असीं करने आ उहदा बड़ा ध्यान रखीदा। किते एक भी नुक्स पै गया, वेखो किन्ने ध्यान नाल करीदा है। कोई कागज तैयार करना है, लिख के बंदा फिर पढ़दा है, फिर पढ़दा है। इहदे विच कोई मिसिंग ते नहीं, इहदे विचों कोई रह ते नहीं गया। किते सारा कीता कराया, एक अखर पिछे सारा कुछ खराब हो जाए। क्योंकि अखर एक भी गलत हो गया, रस्ते बंद हो जाते हैं। ये ऐसी दुनिया, एक भी चीज गलत हो गई विच
ਸਾਰੀਆਂ ਚੀਜ਼ਾਂ ਬੇਕਾਰ ਚਲੀਆਂ ਜਾਂਦੀਆਂ ਨੇ, ਸਾਰੀ ਮਿਹਨਤ ਬੇਕਾਰ ਚਲੀ ਜਾਂਦੀ ਹੈ। ਇਸ ਕਰਕੇ ਸੁਚੇਤ ਹੋ ਕੇ ਤੁਸੀਂ ਕਦੀ ਵੇਖਣਾ, ਬੰਦਾ ਮਾਇਆ ਗਿਣਦਾ, ਕਿਸੇ ਤੋਂ ਲੈਂਦਾ ਹੈ 1-2 ਲੱਖ ਰੁਪਈਆ ਲੈਣਾ ਹੈ, ਤੁਸੀਂ ਧਿਆਨ ਨਾਲ ਵੇਖਣਾ, ਇੱਕ ਵਾਰੀ ਗਿਣੇਗਾ, ਜੇ ਨਾਲ ਕੋਈ ਗਿਆ ਉਹਨੂੰ ਕਹਿੰਦਾ ਤੂੰ ਵੀ ਹੱਥ ਮਾਰ ਇਹਦੇ ਵਿੱਚ, ਉਹ ਦੂਜੀ ਵਾਰੀ ਫਿਰ ਗਿਣਦਾ, ਫਿਰ ਤੀਜੀ ਵਾਰੀ ਫਿਰ ਆਪ ਗਿਣਦਾ, ਬੜੇ ਧਿਆਨ ਨਾਲ, ਕਿਉਂਕਿ ਉਹਨੂੰ ਪਤਾ ਇਹਦੇ ਵਿੱਚ ਇੱਕ ਵੀ ਗਲਤੀ ਘਾਟੇ ਦਾ ਕਾਰਨ ਬਣੇਗੀ। ਇਸੇ ਤਰ੍ਹਾਂ ਜਗਤ ਦੇ ਵਿੱਚ ਕਿੰਨੇ ਕੰਮ ਨੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੁਚੇਤਤਾ ਦੇ ਨਾਲ ਧਿਆਨ ਨਾਲ ਕੀਤਾ ਜਾਂਦਾ ਹੈ। ਆਕਾਸ਼ ਵਿੱਚ ਜਹਾਜ਼ ਉੱਡਣਾ, ਉਸ ਤੋਂ ਪਹਿਲਾਂ ਇੱਕ ਇੱਕ ਚੀਜ਼ ਨੂੰ ਕੋਖਿਆ ਜਾਂਦਾ ਹੈ, ਵੇਖਿਆ ਜਾਂਦਾ ਧਿਆਨ ਨਾਲ, ਕਿਉਂਕਿ ਇੱਕ ਵੀ ਨੁਕਸ ਰਹਿ ਗਿਆ ਉਹ ਬਾਕੀ ਦੀਆਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਡਿੱਗੇਗਾ। ਇਹ ਗੱਲ ਸਤਿਗੁਰੂ ਅੱਜ ਕਹਿ ਰਹੇ ਨੇ, ਲੋਕ ਇੱਕ ਹਿੱਸਾ ਕਰ ਰਹੇ ਨੇ, ਉਹ ਕਈ ਜਾ ਰਹੇ ਨੇ। ਧਿਆਨ ਦੇਣਾ, ਸਭ ਕੋ ਕਹਿੰਦਾ ਪਿਆ ਰੱਬ ਦਾ ਨਾਮ, ਸਾਰੇ ਕਈ ਜਾ ਰਹੇ ਨੇ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਇੱਥੇ ਇੱਕ ਹਿੱਸੇ ਨੂੰ ਚੋਟ ਵੱਜਦੀ ਜਿਹਦੇ ਸਹਾਰੇ ਤੇ ਅਸੀਂ ਜਿਉਂਦੇ ਹਾਂ। ਇਹ ਤਰਕ ਹੈ, ਥੋੜਾ ਜਿਹਾ ਸ਼ਰਧਾ ਨੂੰ ਹਿਲਾਉਣਾ ਦਿੰਦਾ, ਪਰ ਧਿਆਨ ਦੇਣਾ, ਕਈ ਚੀਜ਼ਾਂ ਐਸੀਆਂ ਨੇ, ਕੱਪੜੇ ਨੂੰ ਪਾਣੀ ਵਿੱਚ ਪਾ ਕੇ ਛੱਡ ਦਿਓ, ਜਿੰਨਾ ਚਿਰ ਉਹਨੂੰ ਖਿੱਚ ਤਾਣ ਨਹੀਂ ਹੁੰਦੀ ਉਹਦੀ ਮੈਲ ਨਹੀਂ ਨਿਕਲਦੀ। ਪਾਣੀ ਇਕੱਲਾ ਉਹਦੀ ਮੈਲ ਨਹੀਂ ਕੱਢਦਾ, ਕੱਲੀ ਸ਼ਰਧਾ ਵੀ ਮੈਲ ਨਹੀਂ ਜੇ ਕੱਢਦੀ। ਖਿਆਲ ਰੱਖਣਾ, ਇਕੱਲੀ ਸ਼ਰਧਾ ਤੇ ਟਿਕ ਜਾਣਾ, ਜੋ ਹੈ ਜੀ ਠੀਕ ਹੈ ਬਸ। ਤਰਕ ਉਹਨੂੰ ਹਿਲਾਉਂਦਾ ਹੈ, ਉਹਨੂੰ ਖਿੱਚਦਾ ਹੈ, ਉਹਦੇ ਵਿੱਚ ਹਲਜਲ ਪੈਦਾ ਕਰਦਾ ਹੈ। ਜਿਹੜਾ ਕਰਮ ਅਸੀਂ ਕਰਨੇ ਆ, ਜਿਵੇਂ ਕਿ ਬਹੁਤ ਵੱਡੀ ਚੀਜ਼ ਤਿਆਰ ਕੀਤੀ ਜਾਂਦੀ ਹੈ, ਭੋਜਨ ਤਿਆਰ ਕੀਤਾ ਜਾਂਦਾ ਤੇ ਉਹਨੂੰ ਫਿਰ ਟੈਸਟ ਕੀਤਾ ਜਾਂਦਾ, ਉਹ ਥੋੜਾ ਜਿਹਾ, ਜ਼ਿਆਦਾ ਨਹੀਂ, ਵੀ ਇਹਦੇ ਵਿੱਚ ਕਿੰਨਾ ਕੁ ਨਮਕ ਹੈ, ਕਿੰਨਾ ਕੁ ਇਹਦੇ ਵਿੱਚ ਸਮਾਨ ਹੈ, ਕੀ ਕੀ ਪਾਇਆ। ਜਿਹੜਾ ਤਰਕ ਦਿੱਤਾ ਹੈ ਸਤਿਗੁਰੂ ਨੇ, ਇੱਕ ਪਾਸੇ ਕਿਹਾ ਜਪ ਉਹਨੂੰ, ਨਾਲ ਕਿਹਾ ਵੀ ਕਹਿਣ ਵਾਲੇ ਕਿੰਨੇ ਨੇ, ਬੜੇ ਲੋਕ ਕਹੀ ਜਾਂਦੇ ਨੇ ਬਣਦਾ ਕੁਝ ਵੀ ਨਹੀਂ। ਕਿਉਂ ਨਹੀਂ ਬਣਦਾ? ਕਿਉਂਕਿ ਕਹਿਣਾ ਕਹਾਣਾ ਇੱਕ ਹਿੱਸਾ ਹੈ, ਬਾਕੀ ਦਾ ਹਿੱਸਾ ਵਿੱਚ ਹੀ ਰਹਿ ਜਾਂਦਾ। 2-3 ਉਦਾਹਰਨਾਂ ਦੇ ਦਿਆਂ। ਸਤਿਗੁਰੂ ਨੇ ਕਿਹਾ ਤੂੰ ਖਾਈ ਤੇ ਜਾਣਾ ਹੈ, ਜਿੱਥੇ ਹਜਮ ਕਰਕੇ ਇਹਦਾ ਖੂਨ ਬਣਨਾ ਹੈ, ਜੇ ਉਹ ਨਹੀਂ ਠੀਕ ਤੇ ਖਾਣਾ ਕੀ ਕਰੇਗਾ। ਜੇ ਕੋ ਖਾਵੇ ਜੇ ਕੋ ਪੁੰਚੈ, ਕੋਈ ਮਰੀਜ਼ ਰੋਟੀ ਖਾਵੇ, ਉਹਦੇ ਸਰੀਰ ਦਾ ਖੂਨ ਨਾ ਬਣੇ ਤੇ ਰੋਟੀ ਖਾਣ ਦਾ ਕੀ ਲਾਭ। ਉਹਦੇ ਅੰਦਰ ਰੋਗ ਹੈ, ਕੋਈ ਖੂਨ ਨਹੀਂ ਬਣਦਾ। ਜਪਣਾ ਤੇ ਸਿਰਫ ਖਾਣਾ ਹੈ, ਤੇ ਜੇ ਇਹਨੂੰ ਖਾ ਖਾ ਕੇ ਅੰਦਰ ਅਸਰ ਤਸੀਰ ਨਾ ਨਿਕਲੀ ਨਾਮ ਦੀ, ਗੁਰੂ ਕੇ ਉਪਦੇਸ਼ ਦਾ ਤੱਤ ਨਾ ਨਿਕਲਿਆ, ਤਾਂ ਫਿਰ ਇਹ ਖਾਣਾ ਪੀਣਾ ਉਸੇ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਇੱਕ ਮਰੀਜ਼ ਦਾ ਹੈ। ਇਸ ਲਈ ਰਾਮ ਇੱਥੇ ਪੰਡਤ ਨੂੰ ਕਹਿ ਰਹੇ ਨੇ, ਉਹ ਕਹਿੰਦਾ ਵੇਖੋ ਮੈਂ ਕਿੰਨਾ ਜਪਣਾ, ਰਾਮ ਰਾਮ ਕਹਿਣਾ। ਹਜ਼ੂਰ ਕਹਿੰਦੇ ਕਹਿੰਦਾ ਤੇ ਹੈ, ਤੂੰ ਉਸ ਕਹਿਣ ਦੇ ਨਾਲ ਆਪ ਵੀ ਹੈ ਕਿ ਨਹੀਂ ਜੁੜਿਆ ਹੋਇਆ। ਜਿਹੜੀ ਕਿਰਿਆ ਤੂੰ ਕਰ ਰਿਹਾ, ਕਿਰਿਆ ਦੇ ਨਾਲ, ਕੰਮ ਦੇ ਨਾਲ ਤੂੰ ਜੁੜਿਆ। ਹੁਣ ਇਹ ਵਿਸ਼ਾ ਇਸ ਤਰ੍ਹਾਂ ਦਾ ਮੈਂ ਬੇਨਤੀ ਕਰਾਂ, ਇੱਕ ਪਾਸੜ ਤੁਸੀਂ ਸੁਣਿਆ ਹੋਣਾ ਕਿ ਗਨਕਾ ਵੇਸ਼ਵਾ ਨੂੰ ਇੱਕ ਸਾਧੂ ਨੇ ਤੋਤਾ ਦਿੱਤਾ ਸੀ। ਉਹਨੂੰ ਕਿਹਾ ਵੀ ਇਹ ਤੋਤੇ ਨੂੰ ਨਾ ਜਾਚ ਹੈ ਬੋਲਣ ਦੀ। ਤੋਤਾ ਇੱਕ ਇਸ ਤਰ੍ਹਾਂ ਦਾ ਜਾਨਵਰ ਹੈ ਜਿਹਨੂੰ ਜੋ ਮਰਜ਼ੀ ਸਿਖਾ ਦਿਓ ਉਹ ਬੋਲਣ ਲੱਗ ਪੈਂਦਾ, ਭਾਵੇਂ ਉਸ ਨੂੰ ਗਾਲਾਂ ਸਿਖਾ ਦਿਓ ਗਾਲਾਂ ਕੱਢਣ ਲੱਗ ਪਏਗਾ। ਜੇ ਉਸ ਨੂੰ ਰਾਮ ਰਾਮ ਸਿਖਾ ਦਿਓ ਤੇ ਰਾਮ ਰਾਮ ਸਿੱਖ ਜਾਏਗਾ। ਉਹ ਮਨ ਵਰਗਾ, ਸਾਡੇ ਵਰਗਾ, ਜੋ ਸਿਖਾਓ ਉਹ ਹੀ ਕਰਦਾ ਹੈ। ਉਹਦੇ ਕੋਲ ਇੱਕ ਤੋਤਾ ਸੀ ਤੇ ਉਸ ਸਾਧੂ ਨੇ ਜੁਗਤ ਵਰਤੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਦੁਰਮਤ ਦੇਖ ਦਿਆਲ ਹੋਏ ਹੱਥੋਂ, ਉਸ ਨੂੰ ਦਿੱਤੋ ਸੂ ਤੋਤਾ। ਤੋਤਾ ਦਿੱਤਾ ਉਸ ਵੇਸ਼ਵਾ ਨੂੰ, ਗਨਕਾ ਨੂੰ। ਤੇ ਤੁਰਨ ਲੱਗਿਆਂ ਸਮਝਾ ਕੇ ਗਏ ਵੀ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਇਹਨੂੰ ਇਹਦੇ ਅੱਗੇ ਬੈਠ ਜਾਈਂ ਤੇ ਇਹਦੇ ਨਾਲ ਤੂੰ ਰਾਮ ਵਾਰੀ ਨਾਲ ਜਪੀ। ਇਹ ਤੇਰੇ ਅੱਗੇ ਬੋਲੇਗਾ, ਤੂੰ ਪਿੱਛੇ ਬੋਲੀ। ਸਮਾਂ ਲੰਘਿਆ, ਵਕਤ ਆਇਆ। ਇੱਕ ਦਿਨ ਐਸਾ ਆਇਆ ਵੀ ਸਵੇਰੇ ਉਹ ਜਿਹੜੀ ਗਨਕਾ ਸੀ
ਉੱਠੀ ਤੇ ਉਹਨੇ ਜਾ ਕੇ ਇਸ਼ਨਾਨ ਕੀਤਾ ਤੇ ਪਿੰਜਰੇ ਨੂੰ ਹੱਥ ਲਾਇਆ ਜਿਹਦੇ ਵਿੱਚ ਤੋਤਾ ਬੈਠਾ ਸੀ। ਉਹ ਰੋਜ਼ ਰਾਮ ਬੋਲਦਾ ਸੀ, ਇਹ ਨਾਲ ਬੋਲਦੀ। ਜਦੋਂ ਹੱਥ ਲਾਇਆ ਤੇ ਅੱਗੋਂ ਬੋਲਿਆ ਨਹੀਂ, ਥੋੜਾ ਜਿਹਾ ਹਨੇਰਾ ਸੀ। ਹਨੇਰੇ ਵਿੱਚ ਇਹਨੇ ਥੋੜਾ ਜਿਹਾ ਹੱਥ ਵਿੱਚ ਪਾਇਆ ਪਿੰਜਰੇ ਦੇ। ਨੇ ਸੋਚਿਆ ਸ਼ਾਇਦ ਸੁੱਤਾ ਹੈ ਜਾਂ ਬਿਮਾਰ ਹੈ, ਕੀ ਗੱਲ ਹੈ। ਪਰ ਅਸਲ ਵਿੱਚ ਰਾਤ ਦਾ ਉੱਥੇ ਇੱਕ ਸੱਪ ਬੈਠਾ ਸੀ। ਉਹਨੇ ਉਹ ਤੋਤੇ ਨੂੰ ਡੰਗ ਮਾਰ ਕੇ ਖਤਮ ਕਰ ਦਿੱਤਾ ਸੀ। ਉਹ ਅਜੇ ਵੀ ਉੱਥੇ ਹੀ। ਜਦੋਂ ਇਹਨੇ ਹੱਥ ਲਾਇਆ ਤੇ ਉਹਨੇ ਡੰਗ ਮਾਰਿਆ, ਗਣਕਾ ਦੀ ਮੌਤ ਹੋ ਗਈ ਉੱਥੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਗਈ ਬੈਕੁੰਠ ਬਿਬਾਨ ਚੜ ਨਰਕਾ ਵਿੱਚ ਨਾ ਖਾਧੋ ਸੂ ਗੋਤਾ। ਉਹ ਵੇਸਵਾ ਜਿਹੜੀ ਕਹਿੰਦੇ ਸਵਰਗ ਦੇ ਦੁਆਰ ਤੇ, ਯਾਨੀ ਕਿ ਕਹਿ ਲਓ ਸੱਚਖੰਡ ਵਿੱਚ ਉਹਨੂੰ ਥਾਂ ਮਿਲ ਗਈ। ਹੁਣ ਇੱਥੇ ਧਿਆਨ ਦਿਓ, ਰਾਮ ਦੋਵੇਂ ਜਪਦੇ ਨੇ, ਤੋਤਾ ਵੀ ਜਪਦਾ ਹੈ ਤੇ ਉਹ ਗਣਕਾ ਵੀ ਜਪਦੀ ਹੈ। ਸ਼ਬਦ ਵੀ ਇੱਕੋ ਹੈ, ਆਵਾਜ਼ ਵੀ ਇੱਕੋ ਹੈ, ਦੋਵੇਂ ਜਪਦੇ ਨੇ। ਪਰ ਉੱਥੇ ਇਹ ਨਹੀਂ ਕਿਹਾ ਵੀ ਤੋਤਾ ਤਰ ਗਿਆ ਹੈ, ਕੱਲੀ ਗਣਕਾ ਦਾ ਜ਼ਿਕਰ ਆਉਂਦਾ ਹੈ, ਤੋਤਾ ਨਹੀਂ ਤਰਿਆ ਉੱਥੇ। ਤੋਤੇ ਦਾ ਜ਼ਿਕਰ ਹੀ ਨਹੀਂ ਆਇਆ, ਉੱਥੇ ਮਰ ਗਿਆ ਕਹਿੰਦੇ ਸੱਪ ਦੇ ਲੜਨ ਨਾਲ। ਪਰ ਗਣਕਾ ਦਾ ਜ਼ਿਕਰ ਆਉਂਦਾ ਹੈ ਕਿ ਉਹ ਸੱਚਖੰਡ ਚਲੀ ਗਈ। ਇਹਦਾ ਕੀ ਕਾਰਨ ਹੈ? ਤੋਤੇ ਕੋਲ ਕੱਲਾ ਸ਼ਬਦ ਹੈ, ਤੋਤੇ ਕੋਲ ਕੱਲਾ ਰਟਣ ਹੈ, ਉਹ ਸ਼ਬਦ ਤੱਕ ਸੀਮਤ ਹੈ। ਉਹਨੂੰ ਪਤਾ ਮੈਂ ਕਿਹੜਾ ਸ਼ਬਦ ਬੋਲ ਰਿਹਾ, ਰਟਿਆ ਹੋਇਆ ਬੋਲੀ ਜਾਂਦਾ, ਰਿਪੀਟ ਕਰੀ ਜਾਂਦਾ ਹੈ। ਤੋਤਾ ਨਹੀਂ ਤਰਿਆ, ਗਣਕਾ ਤਰੀਏ, ਕਿਉਂਕਿ ਗਣਕਾ ਗਹਿਰੇ ਥਾਂ ਤੇ ਉਹਦੇ ਕੋਲ ਦੋ ਚੀਜ਼ਾਂ ਨੇ। ਇੱਕ ਤੇ ਉਹਨੂੰ ਵਚਨ ਹੋਇਆ ਉਸ ਮਨੁੱਖ ਦਾ ਜਿਹਨੇ ਖੁਦ ਉਸ ਸ਼ਬਦ ਨੂੰ ਕਮਾਇਆ ਹੋਇਆ ਹੈ। ਸਭ ਤੋਂ ਵੱਡਾ ਕਾਰਨ ਇਹ ਹੈ, ਉਹਨੇ ਕਿਹਾ ਹੈ। ਸਾਰੇ ਲੋਕ ਕਹਿੰਦੇ ਨੇ ਤੁਸੀਂ ਨਾਮ ਜਪ ਲਓ ਸਿੱਧਾ, ਜਿੰਨਾ ਚਿਰ ਗੁਰੂ ਦੇ ਰਾਹੀਂ ਨਹੀਂ ਲੈਂਦੇ ਉਹ ਨਾਮ ਨਹੀਂ ਹੈ। ਖਿਆਲ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਚੀਜ਼ਾਂ ਆਈਆਂ ਨੇ, ਇੱਕ ਸ਼ਬਦ ਆਇਆ ਤੇ ਇੱਕ ਆਇਆ ਗੁਰ ਸ਼ਬਦ। ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਬਦ ਹੋਰ ਚੀਜ਼ ਹੈ, ਗੁਰ ਸ਼ਬਦ ਹੋਰ ਚੀਜ਼ ਹੈ। ਸਾਰਿਆਂ ਕੋਲ ਸ਼ਬਦ ਤੇ ਵਾਹਿਗੁਰੂ ਵਾਹਿਗੁਰੂ ਸਾਰੇ ਕਰ ਲੈਣਗੇ, ਉਹ ਕੱਲਾ ਸ਼ਬਦ ਹੈ, ਉਹ ਇਕੱਲਾ ਹੈ। ਪਰ ਇੱਕ ਸ਼ਬਦ ਹੋਰ ਹੈ, ਹਵਾ ਉਹੀ ਹੈ ਜਿਹੜੀ ਆਮ ਹਵਾ ਹੈ, ਪਰ ਇੱਕ ਏਸੀ ਦੇ ਵਿੱਚੋਂ ਗੁਜ਼ਰ ਕੇ ਆ ਰਹੀ ਹੈ, ਉਹਦੇ ਵਿੱਚ ਫਰਕ ਪੈ ਗਿਆ। ਸ਼ਬਦ ਆਇਆ ਕਿੱਥੋਂ ਹੈ? ਕਿੰਨੇ ਕਿਹਾ ਤੁਸੀਂ ਜਪੋ? ਕਿੰਨੇ ਜਾਂਚ ਦੱਸੀ? ਉਹ ਗੁਰੂ ਹੈ। ਉਹਨੇ ਵਾਰ-ਵਾਰ ਸਿੱਖ ਨੂੰ ਸਮਝਾਇਆ ਵੀ ਇਹ ਜਪ ਤੇ ਬੋਲ ਕੇ ਪਿੱਛੇ ਬੁਲਾਇਆ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਪੰਜ ਪਿਆਰਿਆਂ ਨੇ ਸਿੱਖ ਦੇ ਮਨ ਵਿੱਚ ਡਰਿਲ ਕੀਤਾ ਹੈ, ਬੀਜਿਆ ਹੈ। ਸਿਰਫ ਇਹ ਕੰਮ ਹੈ ਉਹਨਾਂ ਦਾ, ਗੁਰੂ ਦਾ ਸੁਭਾਅ ਖਿੱਚ ਕੇ। ਸ਼ਬਦ ਦੇ ਅਰਥ ਨੇ ਗੁਰੂ ਦਾ ਸੁਭਾਅ, ਖਿਆਲ ਰੱਖਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੱਥੇ ਸ਼ਬਦ ਆਵੇਗਾ ਨਾ, ਖਾਸ ਕਰਕੇ ਤੁਸੀਂ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹਨਾ, ਵਾਰ-ਵਾਰ ਉਹਦੇ ਵਿੱਚ ਸ਼ਬਦ ਆਵੇਗਾ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ, ਵਾਰ-ਵਾਰ ਇੱਕੋ ਹੀ ਅੱਖਰ ਦੁਹਰਾਏ ਜਾਣਗੇ। ਉੱਥੇ ਸ਼ਬਦ ਦੇ ਅਰਥ ਕੱਲਾ ਅੱਖਰਾਂ ਦਾ ਜੋੜ ਨਹੀਂ, ਸ਼ਾਇਦ ਅਸੀਂ ਇਹ ਸਮਝ ਲੈਂਦੇ ਹਾਂ। ਉੱਥੇ ਸ਼ਬਦ ਦੇ ਅਰਥ ਨੇ ਗੁਰੂ ਦਾ ਸੁਭਾਅ, ਜੋ ਉਹਨਾਂ ਅੱਖਰਾਂ ਦੇ ਵਿੱਚ ਭਰਿਆ ਹੋਇਆ ਹੈ। ਅੱਖਰ ਤੇ ਸਿਰਫ ਸਰਿੰਜ ਵਰਗੇ ਨੇ। ਜਿਵੇਂ ਇੱਕ ਸਰਿੰਜ ਦਵਾਈ ਨੂੰ ਮਰੀਜ਼ ਦੇ ਸਰੀਰ ਦੇ ਵਿੱਚ ਪਹੁੰਚਾ ਦਿੰਦੀ ਹੈ, ਉਸ ਤੋਂ ਬਾਅਦ ਉਹਦਾ ਕੰਮ ਖਤਮ ਹੋ ਜਾਂਦਾ ਹੈ। ਜਿਹੜਾ ਸ਼ਬਦ ਸਾਨੂੰ ਸਤਿਗੁਰੂ ਕੋਲੋਂ ਮਿਲਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੁੰਦਾ ਹੈ, ਉਹ ਸ਼ਬਦ ਜੇ ਬਾਹਰੀ ਰੂਪ ਵਿੱਚ ਵੇਖੋ ਤੇ ਇੱਕ ਅੱਖਰ ਲੱਗਦਾ ਹੈ, ਪਰ ਉਸ ਸ਼ਬਦ ਦੇ ਵਿੱਚ ਇੱਕ ਤਸੀਰ ਹੈ। ਇਕੱਲੇ ਜਪੇ ਨਾਮ ਵਿੱਚ ਤੇ ਉਸ ਨਾਮ ਵਿੱਚ ਇੰਨਾ ਹੀ ਫਰਕ ਹੈ। ਇੱਕ ਉਹ ਕੈਪਸੂਲ, ਉਹ ਕੈਪ, ਉਹ ਟੋਪੀ ਜਿਹਦੇ ਵਿੱਚ ਕੁਝ ਵੀ ਨਹੀਂ, ਉਹ ਕੱਲਾ ਕੈਪਸੂਲ ਆਕਾਰੀ ਹੈ, ਉਹਦੇ ਅੰਦਰ ਕੋਈ ਦਵਾਈ ਨਹੀਂ। ਤੇ ਇੱਕ ਉਹ ਕੈਪਸੂਲ ਹੈ ਜਿਹਦੇ ਵਿੱਚ ਦਵਾਈ ਭਰੀ ਹੋਈ ਹੈ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਪਨੇ ਆ, ਉਸ ਵੇਲੇ ਉਹਦਾ ਅਸਰ ਵੱਧ ਜਾਂਦਾ ਹੈ। ਔਰ ਜੇ ਕੋਈ ਗੁਰੂ ਵਾਲਾ ਨਹੀਂ, ਉਹਦੇ ਵਾਸਤੇ ਇੱਕ ਰਹਿਤ ਹੈ, ਮੈਂ ਜ਼ਰੂਰ ਬੇਨਤੀ ਕਰਦਾ ਹਾਂ। ਜਿਹਨੇ ਅਜੇ ਅੰਮ੍ਰਿਤ ਨਹੀਂ ਨਾ ਛਕਿਆ, ਇਹ ਠੀਕ ਹੈ, ਵਿਧਾਨ ਤੇ ਇਹ ਹੈ, ਪਰ ਮੈਂ ਇੱਕ ਬੇਨਤੀ ਕਰਦਿਆਂ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਉਸ ਚਾਰ ਦੀਵਾਰੀ ਦੇ ਵਿੱਚ ਜਿਨ੍ਹੇ ਅਜੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਨਹੀਂ ਵੀ ਕੀਤੀ, ਜਦੋਂ ਗੁਰੂ ਕੇ ਪਿਆਰਿਆਂ ਦੇ ਵਿੱਚ ਬਹਿ ਕੇ ਜਪੇਗਾ, ਕੁਝ ਨਾ ਕੁਝ ਅਸਰ ਉਹਨੂੰ ਉਸੇ ਤਰ੍ਹਾਂ ਦਾ ਜ਼ਰੂਰ ਹੁੰਦਾ ਹੈ, ਭਾਵੇਂ ਉਹ ਅੰਮ੍ਰਿਤ ਰਹਿ ਤੇ ਅਜੇ। ਸੰਗਤ ਦਾ ਇਹ ਗੁਣ ਹੈ, ਸੰਗਤ ਦੀ ਮਹਾਨਤਾ ਹੈ।
इस करके जिहड़ा गुरु वाला नहीं घट्टो घट संगत विच जरूर आवे, फिर भी कुछ ना कुछ ਉਹਨੂੰ ਉਹ ਥਾਂ ਤੇ ਉਹਦੇ ਮਨ ਨੂੰ ਖਿੱਚ ਸਕਦੀਆਂ ਨੇ ਤਰੰਗਾਂ, ਪਰ ਸਿੱਧਾ ਆਪਣੇ ਗਿਆਨ ਦੁਆਰਾ ਜਪਣਾ ਇਹ ਤੇ ਇੱਕ ਵਿਅਰਥ ਦੀ ਘਟਨਾ ਹੈ। ਇਸ ਕਰਕੇ ਧਿਆਨ ਦੇਣਾ। ਸਤਿਗੁਰੂ ਉਸ ਪੰਡਤ ਨੂੰ ਕਹਿ ਰਹੇ ਨੇ ਸਾਰਾ ਜਗਤ ਹੀ ਬੋਲ ਰਿਹਾ ਨਾਮ ਨੂੰ, ਪਰ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਬੇੜੀ ਚਲਾਉਣ ਵਾਲਾ ਦਰਿਆ ਵਿੱਚ ਬੇੜੀ ਦੇ ਚੱਪੂ ਤੇ ਮਾਰੀ ਜਾਂਦਾ ਹੈ, ਪਰ ਉਹਦਾ ਰੱਸਾ ਜਿਹੜਾ ਪਿੱਛੇ ਕਿਨਾਰੇ ਤੇ ਕਿਸੇ ਰੁੱਖ ਨੂੰ ਵੱਜਾ ਹੈ। ਵੇਖਣ ਵਾਲੇ ਕਹਿੰਦੇ ਨੇ ਬੇੜੀ ਦੇ ਚੱਪੂ ਵੱਜੀ ਜਾਂਦੇ ਨੇ, ਪਰ ਬੇੜੀ ਕਿਤੇ ਪਹੁੰਚਦੀ ਨਹੀਂ, ਉੱਥੇ ਖੜੀ ਰਹਿੰਦੀ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਹਉਮੈ ਦਾ ਰੱਸਾ ਨਹੀਂ ਖੋਲਿਆ ਜ਼ਿੰਦਗੀ ਵਿੱਚੋਂ, ਅੰਦਰ ਮੈਂ ਨੂੰ ਪੱਕਾ ਕੀਤਾ, ਆਪਣੀ ਮਰਜ਼ੀ ਨੂੰ ਛੱਡਿਆ ਨਹੀਂ, ਬੜਾ ਸਬਲ ਮਨ ਹੈ, ਮਨ ਟੁੱਟਦਾ ਹੀ ਨਹੀਂ, ਉਹਦਾ ਹੰਕਾਰ ਜਾਂਦਾ ਹੀ ਨਹੀਂ, ਤੇ ਨਾਲ ਨਾਲ ਉਹ ਜਪੀ ਜਾਂਦਾ ਹੈ, ਆਪਣੇ ਵਿਚਾਰਾਂ ਨੂੰ ਆਪਣੀ ਮੱਤ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ, ਆਪਣਾ ਸਿਰ ਨਹੀਂ ਦਿੰਦਾ ਗੁਰੂ ਨੂੰ ਇਹਦੇ ਤੋਂ ਬਿਨਾ। ਇਸ ਕਰਕੇ ਸਿੱਖੀ ਦਾ ਜਿਹੜਾ ਮਾਰਗ ਉਹ ਸਿਰ ਦੇਣ ਨਾਲ ਸੰਬੰਧਿਤ ਤਾਂ ਹੈ ਕਿ ਇੱਥੇ ਮਨ ਮਰਜ਼ੀ ਛੱਡਣੀ ਪੈਂਦੀ ਹੈ। ਇੱਥੇ ਇੱਕੋ ਹੀ ਕਾਰਜ ਹੈ, ਇੱਕੋ ਹੀ ਸਾਧਨਾ ਹੈ, ਇੱਕੋ ਹੀ ਭਗਤੀ ਹੈ, ਹੋਰ ਕੋਈ ਇੱਥੇ 84 ਆਸਨ ਨਹੀਂ, ਨਾ ਇੱਥੇ ਕੋਈ ਹੋਰ ਨਿਉਲੀ ਕਰਮ ਕਰਨੇ ਨੇ ਸਿੱਖ ਨੇ। ਕੰਮ ਹੀ ਇੱਕ ਹੈ, ਆਪਣੀ ਮਰਜ਼ੀ ਛੱਡਣੀ ਤੇ ਗੁਰੂ ਦੀ ਮਰਜ਼ੀ ਅਖਤਿਆਰ ਕਰਨੀ, ਨਾ ਨੁੱਕਰ ਨਹੀਂ। ਗੁਰੂ ਜਿਸ ਪਾਸੇ ਤੋਰ ਦੇਣ, ਜਿਸ ਪਾਸੇ ਰਾਹ ਦੇ ਦੇਣ, ਉਧਰ ਨੂੰ ਚਲੇ ਜਾਣਾ, ਉਸ ਪਾਸੇ ਵੱਲ ਅੱਗੇ ਕਦਮ ਰੱਖ ਦੇਣੇ। ਇਸ ਕਰਕੇ ਰਾਮ ਤੇ ਸਾਰਾ ਜਗਤ ਕਹਿ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਸਮਝਾ ਰਹੇ ਨੇ, ਬੇੜੀ ਦੇ ਚੱਪੂ ਵੱਜੀ ਜਾਂਦੇ ਹਨ, ਪਰ ਰੱਸਾ ਨਹੀਂ ਖੋਲਿਆ ਅੰਦਰੋਂ। ਇੱਕ ਕੰਮ ਕੀਤਾ, ਤੁਸੀਂ ਸੁਣਿਆ ਹੋਵੇਗਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਸ ਧਰਮਸ਼ਾਲ ਵਿੱਚ, ਜਿਸ ਮਕਾਨ ਦੇ ਵਿੱਚ ਦੀਵਾਨ ਸਜਦਾ ਸੀ, ਉੱਥੇ ਬੜੀ ਹੀ ਬਦਬੂ ਆ ਰਹੀ ਸੀ, ਤੇ ਸਤਿਗੁਰੂ ਨੇ ਗੁਰਸਿੱਖਾਂ ਨੂੰ ਕਿਹਾ ਜੀ ਸਫਾਈ ਕਰੋ, ਇਹਨੂੰ ਧੋ ਦਿਓ। ਸਾਰਿਆਂ ਨੇ ਧੋਤਾ, ਯਤਨ ਕੀਤਾ, ਇੱਕ ਦਿਨ ਧੋਤਾ, 2 ਦਿਨ ਧੋਤਾ, ਪਰ ਜਦੋਂ ਉੱਥੇ ਦੀਵਾਨ ਸਜੇ ਬੜੀ ਬਦਬੂ ਆਵੇ, ਉਸ ਥਾਂ ਤੋਂ ਬੜੀ ਬਦਬੂ ਆਵੇ। ਤੇ ਸਾਧ ਸੰਗਤ ਇੱਕ ਦਿਨ ਸਤਿਗੁਰਾਂ ਨੇ ਗੁਰੂ ਅੰਗਦ ਦੇਵ ਭਾਈ ਲਹਿਣਾ ਜੀ ਨੂੰ ਬੁਲਾਇਆ, ਕਹਿੰਦੇ ਲਹਿਣਿਆ ਕਮਾਲ ਹੈ, ਇੰਨੀ ਵਾਰੀ ਧੋਤਾ ਇਸ ਮਕਾਨ ਨੂੰ, ਇਹਦੀ ਬਦਬੂ ਕਿਉਂ ਨਹੀਂ ਜਾਂਦੀ? ਪਾਣੀ ਤੇ ਬੜਾ ਵਰਤਿਆ, ਸਰਫ ਤੇ ਬੜਾ ਵਰਤਿਆ, ਸੁਗੰਧੀਆਂ ਬੜੀਆਂ ਪਾਈਆਂ ਨੇ। ਤੇ ਉਹ ਕਹਿਣ ਲੱਗੇ ਮਹਾਰਾਜ ਮੈਂ ਦੇਖ ਲੈਣਾ ਕੀ ਕਾਰਨ ਹੈ। ਕਹਿੰਦੇ ਚੰਗੀ ਤਰ੍ਹਾਂ ਪੜਤਾਲ ਕਰੋ, ਇਹਦੇ ਵਿੱਚ ਕੀ ਰੋਗ, ਕੀ ਚੱਕਰ ਹੈ। ਜਦੋਂ ਸਾਰੀਆਂ ਕੋਣਾਂ ਫੋਲੀਆਂ ਨਾ ਉਸ ਦੀਵਾਨ ਦੀਆਂ, ਉਸ ਦੀਵਾਨ ਅਸਥਾਨ ਦੀਆਂ, ਧਰਮਸ਼ਾਲਾ ਦੀਆਂ, ਤੇ ਸਾਧ ਸੰਗਤ ਇੱਕ ਕੋਣੇ ਦੇ ਵਿੱਚ ਇੱਕ ਕੱਪੜੇ ਦੇ ਥੱਲੇ ਕਈ ਦਿਨਾਂ ਤੋਂ ਇੱਕ ਚੂਹੀ ਮਰੀ ਹੋਈ ਸੀ, ਉੱਥੇ ਮਰੀ ਪਈ ਸੀ, ਉਹਦੇ ਵਿੱਚ ਕੀੜੇ ਪੈ ਚੱਲਦੇ ਸਨ, ਉਹਦਾ ਸਰੀਰ ਬੇਕਾਰ ਹੋ ਚੁੱਕਾ ਸੀ, ਉਹਦੇ ਵਿੱਚੋਂ ਬਦਬੂ ਆ ਰਹੀ ਸੀ। ਭਾਈ ਲਹਿਣਾ ਜੀ ਨੇ ਉਹ ਚੁੱਕ ਕੇ ਬਾਹਰ ਸਿੱਟ ਦਿੱਤੀ, ਥਾਂ ਧੋਤਾ, ਉੱਥੇ ਸੁਗੰਧੀ ਛਿੜਕ ਦਿੱਤੀ। ਦੂਜੇ ਦਿਨ ਦੀਵਾਨ ਸਜਿਆ, ਬਦਬੂ ਖਤਮ ਹੋ ਗਈ। ਸਤਿਗੁਰੂ ਨੇ ਸਵਾਲ ਕੀਤਾ, ਕਹਿਣ ਲੱਗੇ 3-4 ਦਿਨ ਧੋਂਦੇ ਰਹੇ, ਬਦਬੂ ਨਹੀਂ ਗਈ, ਅੱਜ ਕਿਵੇਂ ਚਲੀ ਗਈ? ਤੇ ਭਾਈ ਲਹਿਣਾ ਜੀ ਨੇ ਬਚਨ ਕੀਤੇ, ਮਹਾਰਾਜ ਉੱਥੇ ਇੱਕ ਜੀਵ ਮਰਿਆ ਸੀ, ਇੱਕ ਚੂਹੀ ਮਰੀ ਸੀ, ਉਹਦੇ ਕਰਕੇ ਧੋਣ ਦੇ ਬਾਵਜੂਦ ਵੀ ਬਦਬੂ ਨਹੀਂ ਸੀ ਜਾਂਦੀ। ਜਿਨ੍ਹਾਂ ਪਹਿਲਾਂ ਧੋਤਾ ਸੀ ਉਹਨਾਂ ਨੂੰ ਵੀ ਬੁਲਾਇਆ, ਵੀ ਤੁਸਾਂ ਨਹੀਂ ਵੇਖੀ? ਉਹ ਕਹਿਣ ਲੱਗੇ ਵੇਖੀ ਤੇ ਹੈ, ਅਸੀਂ ਇੱਕ ਦੂਜੇ ਨੂੰ ਕਹਿੰਦੇ ਰਹੇ ਤੂੰ ਸੱਟ ਦੇ, ਦੂਜਿਆਂ ਨੂੰ ਕਹਿੰਦੇ ਰਹੇ ਤੂੰ ਸੱਟ ਦੇ। ਹਜ਼ੂਰ ਕਹਿੰਦੇ ਬਸ ਧਰਮੀ ਦੁਨੀਆ ਵਿੱਚ ਇਹੀ ਚੱਲਦਾ ਹੈ, ਸਾਰੇ ਇੱਕ ਦੂਜੇ ਨੂੰ ਕਹਿੰਦੇ ਰਹੇ ਨੇ ਚੂਹੀ ਸੱਟ ਦਿਓ, ਆਪਣੀ ਕੋਈ ਨਹੀਂ ਚੁੱਕਦਾ, ਦੂਜਿਆਂ ਨੂੰ ਕਹਿੰਦੇ ਰਹਿੰਦੇ ਨੇ। ਉਹਨੂੰ ਕਹਿੰਦੇ ਨੇ ਤੂੰ ਸਿੱਖੀ ਧਾਰਨ ਕਰ ਲੈ, ਤੂੰ ਨਿਮਰਤਾ ਵਿੱਚ ਆ, ਮੈਂ ਨਹੀਂ ਕਰਨੀ ਨਿਮਰਤਾ, ਮੈਂ ਤੇ ਹੰਕਾਰੀ ਹੋ ਰਹਿਣਾ ਹੈ। ਹਜ਼ੂਰ ਨੇ ਕਿਹਾ ਆਪੋ ਆਪਣੀ ਚੂਹੀ ਚੁੱਕੋ। ਪਾਠ ਦਾ ਮਤਲਬ ਇਹ ਨਹੀਂ ਵੀ ਚੂਹੀ ਨੂੰ ਕਾਇਮ ਰੱਖੋ ਤੇ ਪਾਠ ਵੀ ਕਰੀ ਜਾਓ, ਮਰਜ਼ੀ ਤਾਂ ਛੱਡਣੀ ਨਹੀਂ, ਮਤ ਨੂੰ ਤੇ ਤਿਆਗਣਾ ਨਹੀਂ। ਜਿੱਥੇ ਜਿੱਥੇ ਸਾਡੇ ਆਈਡੀਏ ਖੜੇ ਨੇ ਜੀਵਨ ਦੇ ਵਿੱਚ, ਜਿੱਥੇ ਜਿੱਥੇ ਸਾਡੇ ਤਜਰਬੇ, ਸਾਡੇ ਝੂਠੇ ਗਿਆਨ ਮਨ ਦੇ ਪਏ ਨੇ, ਉਹਨਾਂ ਨੂੰ ਅਸੀਂ ਬਾਹਰ ਕੱਢਣ ਲਈ ਤਿਆਰ ਨਹੀਂ ਹੁੰਦੇ। ਤੇ ਉਸ ਹਾਲਤ ਦੇ ਵਿੱਚ ਫਿਰ ਅਸੀਂ ਜਪ ਤਪ ਕਰਨੇ ਆ, ਅਸੀਂ ਕਈ ਕੁਝ ਕਰਨੇ ਆ, ਤੇ ਫਿਰ ਕਹਿੰਦੇ ਆ ਵੀ ਹੋਇਆ ਨਹੀਂ ਕੁਝ, ਹੋਏਗਾ ਕਿਵੇਂ?
पानी जरूर धोंदा है, इहदे विच कोई शक नहीं, पानी तो जरूर धोंदा है। पानी का की दोष, उहदा ते सुभाਅ ही धोना है। कोई भी आदमी बाणी पढ़ेगा प्यार नाल, उन्हें तो धोना ही धोना है। पर सवाल इत्थे खड़ा, एक काम दूजा भी है, असी अंदरों वो गंद नहीं कढ़दे जिहदे करके बदबू खत्म हो जाए। वो है मन मर्जी, वो साडा अहंकार है। ते सतगुरु ने इहदे विच बहुत वड्डा सिद्धांत दिता। इस करके जिहड़ा ये मार्ग है साध संगत जी, इहदे विच कल्ला जप तप नहीं, इहदे विच अद्धा काम जप तप दा ते अद्धा अपने नीयत नूं शुद्ध करन दा। दो चीज़ां इकट्ठियां होण ते तां कार्य शुरू हुंदा है। एक पासे नाल कुछ भी निबड़दा नहीं। लगदा है भी असीं धर्मी हाँ, जिवें किसी ने उदाहरण दित्ती है, किसी पंछी का एक खंभ टुट गया तो एक खंभ दे नाल उड्डण दा यतन करदा है। हुण एक खंभ नाल उड्डिया नहीं जाता, पर एक खंभ नाल पंखी घूमी जरूर जाता है, उत्थे उड़ान नहीं भर सकेगा। जदों एक खंभ मारेगा ना, तुसीं कदी वेखना जे किते एक टुटे खंभ वाला पंछी लभ जाए तो वह बैठा होएगा आराम नाल, तुसीं उहदे थोड़ा जिहा नेड़े जाओ तो डर के यतन करेगा, डरदा बेचारा उड्डण की कोशिश करेगा, पर एक खंभ टुटा काम नहीं करता। एक खंभ दे नाल फड़ फड़ाएगा, उत्थे घूमी जाएगा, घूमेगा सही, पहुँचेगा किते भी नहीं। इसे तरह असी अद्धा हिस्सा, एक हिस्सा गुरु साहब उस पंडित के सवाल के जवाब विच कह रहे ने, वो कहता भी मैं जपना राम राम। लोग भी जपते ने बड़े, माला ते माला चलदी, मणके ते मणका डिगदा, मारो मार हुंदी है पई, पर यह करन दे बावजूद अखीर नूं गल फिर उत्थे आ जांदी है। अंदर कोई इस तरह की चीज़ नहीं वरतदी जिहदे नाल कहा जा सके कि मैं इस लोक तो परलोक तक पहुँच गया। तो सतगुरु ने कहा एक खंभ की हरकत है, इहदे नाल आदमी किते नहीं पहुँचेगा। अद्धा हिस्सा है जिम्मेदार, अद्धा हिस्सा है जमीन। जिम्मेदार बड़ा सियाणा होवे, जमीन होवे कलर, बीज भी चंगा खरीदिया जाए तो साध संगत जी चंगा बीज भी सड़ के सुवाह हो जाता है। दो चीज़ों की बड़ी जरूरत है ध्यान रखना। जे इनू समझ लांगे सतगुरां की बख्शिश प्राप्त होनी शुरू हो जाएगी। सतगुरु ने बाणी विच इहदा कई थावां ते ना लिया है। गुरु नानक साहब जी का एक शब्द आउंदा है, कलर खेती बीजी है। कलर तुसीं सुनिया होवेगा, जिन्हां ने कुछ ना कुछ जमीन का काम कीता है उन्हां नूं पता है कलर एक खास तरह की खेती हुंदी है, उहदा रंग चिट्टा हुंदा है ते उहदे विच पानी जिहड़ा है तुसीं पाओ, बीज पाओ, थोड़े दिनों बाद उगण की बजाय बीज सड़ जाता, उहदे विच सड़ के सुआह हो जाता। सच्चे पातशाह जी ने इत्थे दो चीज़ां कहियां, कहंदे तू गुरु जिन्ना मर्जी वड्डा बना, भावें किन्ना सियाणा गुरु बना लै ते गुरु तो नाम भी दात भी प्राप्त कर लै, भावें तू यूनीवर्सिटी विचों बीज खरीद महंगे तो महंगा, पर बीज खरीदण वाले अपनी खेत वाल ध्यान दे, किवें दा, वो किते कलर दा ते नहीं। जिस मन विच बीज पाना उहदी नीयत किवें दी है, उगेगा उत्थे किवें। दो चीज़ां इकट्ठियां होणगियां ते तां धर्म दा बूटा उगेगा, उहदा माहौल बनेगा, तां वो जन्मेगा। इस करके सच्चाई तां यह है, अज दा जिहड़ा फिजिकल बाहरला जिस माहौल विच असीं जी रहे हैं, बड़े गुरमुखां दा इह सवाल है, इन्ना करन दे बावजूद कुछ हुंदा नहीं। ये बड़े अफसोस की गल है। वो चीज़ां नहीं वरतदियां जिहड़ियां गुरु ग्रंथ साहिब जी दे विच बरकतां लिखियां होईयां ने। साध संगत जी, जिन्ना चिर तुसीं वेखिया होना, मैं उदाहरण दे दियां, संसार दे विच संतान तां पैदा हुंदी है पिता तंदुरुस्त होवे, पर जिस माँ के घर विच बच्चे ने जन्म लैना है, जे उहदी कुख तंदुरुस्त नहीं है तो पिता की तंदुरुस्ती उत्थे कुछ भी नहीं करेगी। यही कारण है सब तो वड्डा। धर्म नूं कुख नहीं मिल रही। गुरु तो बहुत सियाणा है, गुरु तो बड़ा वड्डा है, गुरु विच कोई कमी नहीं, पर उस धर्म के बच्चे ने जन्म कित्थे लैना? साडे जीवन विच साडी कुख बीमार है, उहदे विच हौमे दी मैल है। इस करके पूरे गुरु दे हुंदियां भी उत्थे कुछ उगदा नहीं, बनदा नहीं कुछ।
ਤਾਂ ਸਤਿਗੁਰੂ ਨੇ ਇਹ ਉਦਾਹਰਨਾਂ ਤਾਂ ਦਿੱਤੀਆਂ, ਕਲਰ ਦੀ ਖੇਤੀ, ਇਹ ਸਾਡੇ ਵੱਲ ਇਸ਼ਾਰਾ ਕਰ ਰਹੇ ਨੇ, ਆਪਣੇ ਵੱਲ ਨਹੀਂ। ਗੁਰੂ ਤੇ ਹੈ ਹੀ ਪੂਰਾ। ਗੁਰੂ ਨੇ ਕੀ ਆਪਣੇ ਆਪ ਨੂੰ ਵੇਖਣਾ ਵੀ ਮੇਰੇ ਵਿੱਚ ਕਿਹੜੀ ਕਮੀ ਹੈ? ਕਮੀ ਤੇ ਸਾਡੇ ਵਿੱਚ ਹੈ, ਨੁਕਸ ਤੇ ਸਾਡੇ ਅੰਦਰ ਹੈ। ਅਸੀਂ ਇੱਕ ਪਾਸੇ ਇੱਕ ਕਾਰਜ ਕਰਨੇ ਆ, ਦੂਸਰੇ ਪਾਸੇ ਅਸੀਂ ਓਨਾ ਹੀ ਉਹਨੂੰ ਖਰਾਬ ਕਰ ਲੈਂਦੇ ਹਾਂ। ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ, ਇੱਕ ਹਾਥੀ ਦਰਿਆ ਦੇ ਵਿੱਚ ਚੰਗੀ ਤਰ੍ਹਾਂ ਨਹਾਉਂਦਾ ਹੈ, ਸਰੀਰ ਬਿਲਕੁਲ ਸਾਫ਼ ਕਰ ਲੈਂਦਾ ਹੈ, ਸੁੰਡ ਦੇ ਵਿੱਚ ਪਾਣੀ ਪਾ ਪਾ ਕੇ ਸਰੀਰ ਦੇ ਉੱਤੇ ਮਾਰਦਾ, ਖਿੱਚ ਖਿੱਚ ਕੇ ਬਿਲਕੁਲ ਨਹਾ ਲਿਆ, ਸਾਫ਼ ਸੁਥਰਾ ਹੋ ਗਿਆ। ਤੇ ਦਰਿਆ ਵਿੱਚੋਂ ਨਹਾ ਕੇ ਬਾਹਰ ਨਿਕਲਿਆ ਤੇ ਜਿਹੜੀ ਸੁੰਡ ਨਾਲ ਪਾਣੀ ਪਾਉਂਦਾ ਸੀ ਸਰੀਰ ਤੇ, ਉਸੇ ਸੁੰਡ ਨਾਲ ਮਿੱਟੀ ਇਕੱਠੀ ਕਰ ਲਈ, ਕਿਉਂਕਿ ਉਹਦੇ ਕੋਲ ਹੋਰ ਕੋਈ ਤਰੀਕਾ ਨਹੀਂ, ਉਹਦਾ ਹੱਥ ਸੁੰਡ ਹੀ ਹੈ। ਉਸੇ ਸੁੰਡ ਨਾਲ ਉਹਨੇ ਉਹ ਮਿੱਟੀ ਇਕੱਠੀ ਕੀਤੀ ਤੇ ਉਸੇ ਸੁੰਡ ਦੇ ਨਾਲ ਸਰੀਰ ਦੇ ਉੱਤੇ ਮਿੱਟੀ ਛਿੜਕ ਲਈ। ਉਹਦੇ ਤੋਂ ਵੀ ਗਾਰਾ ਵੱਧ ਗਿਆ, ਉਹਦੇ ਤੋਂ ਵੀ ਚਿੱਕੜ ਵੱਧ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿੰਦੇ ਨੇ ਕਿ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇਹ ਜਿਉ ਕੁੰਚਰ ਇਸ਼ਨਾਨ। ਇਹ ਉਸ ਤਰ੍ਹਾਂ ਹੀ ਸਾਰੇ ਨੇਫਲ ਚਲੇ ਜਾਂਦੇ ਨੇ ਕਰਮ, ਭਾਵੇਂ ਉਹ ਕੋਈ ਵੀ ਹੋਣ, ਉਹ ਵਿਅਰਥ ਚਲੇ ਜਾਂਦੇ ਹਨ। ਜਿਵੇਂ ਉਸ ਹਾਥੀ ਦਾ ਇਸ਼ਨਾਨ ਹੈ, ਜਿਸ ਮੂੰਹ ਦੇ ਨਾਲ ਮਨੁੱਖ ਧਰਮ ਦੀ ਗੱਲ ਕਰਦਾ ਹੈ, ਉਸ ਮੂੰਹ ਦੇ ਨਾਲ ਹੀ ਫਿਰ ਨਿੰਦਿਆ ਵਿੱਚ ਗਲੀਚ ਹੋ ਜਾਂਦਾ ਹੈ, ਉਸੇ ਮੂੰਹ ਨਾਲ ਝੂਠ ਬੋਲਦਾ ਹੈ। ਸੁੰਡ ਇੱਕੋ ਹੀ ਹੈ, ਜਦੋਂ ਪਾਣੀ ਨਾਲ ਸੰਬੰਧਿਤ ਹੁੰਦੀ ਹੈ ਉਦੋਂ ਆਪਣੇ ਆਪ ਨੂੰ ਧੋਂਦੀ ਹੈ, ਜਦੋਂ ਮਿੱਟੀ ਨਾਲ ਜੁੜਦੀ ਉਹ ਆਪਣੇ ਆਪ ਨੂੰ ਖਰਾਬ ਕਰ ਦਿੰਦੀ ਹੈ। ਚੀਜ਼ ਤੇ ਸਾਡੇ ਅੰਦਰ ਇੱਕੋ ਹੀ ਹੈ, ਜਿਹੜੀ ਸਾਨੂੰ ਮੈਲਿਆ ਵੀ ਕਰ ਸਕਦੀ ਹੈ, ਜਿਹੜੀ ਸਾਨੂੰ ਉੱਜਲ ਵੀ ਕਰ ਸਕਦੀ ਹੈ। ਦੋ ਚੀਜ਼ਾਂ ਨਹੀਂ ਸਾਡੇ ਵਿੱਚ, ਇੱਕੋ ਹੀ ਮਨ ਹੈ, ਇੱਕੋ ਹੀ ਸੁਰਤ ਹੈ। ਉਹ ਜਿਵੇਂ ਦੀ ਚੀਜ਼ ਨਾਲ ਸੰਬੰਧਿਤ ਹੁੰਦਾ ਉਵੇਂ ਦਾ ਸਾਡਾ ਜੀਵਨ ਬਣ ਜਾਂਦਾ ਹੈ। ਇਸ ਕਰਕੇ ਸਤਿਗੁਰੂ ਨੇ ਕਿਹਾ ਹਾਥੀ ਵਾਲਾ ਇਸ਼ਨਾਨ ਨਹੀਂ, ਤੂੰ ਨਾਲੋਂ ਨਾਲ ਜਿੱਥੇ ਜਿੰਨਾ ਕੋਈ ਇਸ਼ਨਾਨ ਕਰਨਾ ਉਹਨਾਂ ਕੋ ਉਹਨੂੰ ਸ਼ੁੱਧ ਰੱਖਣ ਦਾ ਪਰਹੇਜ਼ਗਾਰ ਬਣ, ਤਾਂ ਕਿ ਤੇਰੀ ਜ਼ਿੰਦਗੀ ਮੈਲ ਰਹਿਤ ਹੋ ਸਕੇ। ਇਹਨਾਂ ਸ਼ਲੋਕਾਂ ਦੇ ਵਿੱਚ, ਕਿਉਂਕਿ ਉਹ ਪੰਡਤ ਓਅੰਕਾਰ ਮੂਰਤੀ ਦਾ ਪੁਜਾਰੀ ਸੀ ਔਰ ਇਹ ਜਪਦਾ ਵੀ ਸੀ, ਜਪਾਉਂਦਾ ਵੀ ਸੀ, ਸਭ ਕੁਝ ਕਰਦਾ ਸੀ, ਪਰ ਉੱਥੇ ਵਾਪਰਦਾ ਕੁਝ ਵੀ ਨਹੀਂ ਸੀ। ਸਤਿਗੁਰੂ ਉਹਦੇ ਜਵਾਬ ਦੇ ਵਿੱਚ ਕਹਿ ਰਹੇ ਨੇ, ਏਕੋ ਏਕ ਕਹੈ ਸਭ ਕੋਈ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਜਗਤ ਦੇ ਲੋਕ ਇੱਕ ਇੱਕ ਕਹੀ ਜਾਂਦੇ ਨੇ, ਰੱਬ ਇੱਕੋ ਹੀ ਹੈ, ਰੱਬ ਇੱਕੋ ਹੀ ਹੈ, ਸਾਰੇ ਥਾਵਾਂ ਤੇ ਹੈ। ਕਿਹਨੂੰ ਨਹੀਂ ਪਤਾ ਕੌਣ ਹੈ ਜਿਹਨੂੰ ਗਿਆਨ ਨਹੀਂ ਆਉਂਦਾ? ਤੁਸੀਂ ਜਣੇ ਖਣੇ ਨੂੰ ਪੁੱਛੋ ਸੜਕ ਤੇ ਖੜੇ ਕਰਕੇ, ਸਾਰੀ ਕਥਾ ਉਸ ਨੂੰ ਹੁੰਦੀ ਹੈ, ਨਾਲੇ ਅਸੀਂ ਯਾਦ ਵੀ ਕਰਾ ਦਿੱਤੀ। ਪੁਰਾਣੇ ਸਮੇਂ ਦੇ ਵਿੱਚ ਇੱਕ ਰਵਾਇਤ ਸੀ ਕਿ ਜਿੰਨੇ ਧਰਮ ਕਮਾਉਣਾ ਹੁੰਦਾ ਸੀ ਉਹਨੂੰ ਪਰਸਨਲੀ ਗਿਆਨ ਦਿੱਤਾ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ, ਕਿਉਂਕਿ ਇਹਦਾ ਇੱਕ ਨੁਕਸਾਨ ਹੈ, ਖਿਆਲ ਰੱਖਣਾ। ਧਰਮ ਦਾ ਜਿਹੜਾ ਉਪਦੇਸ਼ ਹੈ ਨਾ, ਉਹ ਓਨਾ ਕੋਈ ਲੈਣਾ ਚਾਹੀਦਾ ਜਿੰਨਾ ਕੁ ਅਸੀਂ ਕਰਨਾ ਹੈ, ਨਹੀਂ ਤੇ ਨੁਕਸਾਨ ਕਰੇਗਾ। ਉਹਦਾ ਕਾਰਨ ਇਹ ਹੁੰਦਾ ਵੀ ਅਸੀਂ ਸੁਣ ਸੁਣ ਕੇ ਅੰਦਰ ਸਾਡੇ ਦਿਮਾਗ ਦੇ ਇੰਜ ਲੱਗਣ ਲੱਗ ਪੈਂਦਾ ਵੀ ਅਸੀਂ ਉੱਥੇ ਪਹੁੰਚ ਗਏ ਹਾਂ। ਬੜਾ ਵੱਡਾ ਨੁਕਸਾਨ ਹੁੰਦਾ ਹੈ, ਲੈਸਨ ਜ਼ਿਆਦਾ ਲੈ ਲਿਆ। ਹੁਣ ਇਹ ਚੀਜ਼ ਕੋਈ ਬਾਹਰੀ ਤੇ ਹੈ ਨਹੀਂ ਵੀ ਆਪਾਂ ਇੰਨੀਆਂ ਪੇਟੀਆਂ ਚੁੱਕ ਕੇ ਇੱਧਰ ਰੱਖਣੀਆਂ ਨੇ, ਦਿਸ ਪੈਣਗੀਆਂ ਵੀ ਰੱਖੀਆਂ ਨੇ ਕਿ ਨਹੀਂ। ਹੈ ਤੇ ਸਾਰੀ ਖੇਡ ਮੰਨਦੀ ਹੈ ਨਾ ਧਰਮ ਜਿਹੜਾ, ਬਾਹਰ ਤੇ ਕੁਝ ਦਿਸਦਾ ਹੀ ਨਹੀਂ। ਤੇ ਜਦੋਂ ਅਸੀਂ ਗਿਆਨ ਸਿੱਖੀ ਜਾਂਦੇ ਹਾਂ, ਸਾਡੇ ਦਿਮਾਗ ਦਾ ਇੱਕ ਹਿੱਸਾ ਜਿਹੜਾ ਕਲਪਨਾ ਕਰ ਲੈਂਦਾ, ਚੀਜ਼ਾਂ ਨੂੰ ਪੈਦਾ ਕਰ ਲੈਂਦਾ, ਸਾਈਕੋਲੋਜੀ ਉਸ ਨੂੰ ਕਹਿੰਦੇ, ਉਹਦੇ ਅੰਦਰ ਇਸ ਤਰ੍ਹਾਂ ਲੱਗਣ ਲੱਗ ਪੈਂਦਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰ ਲੈਣਾ ਹੋਰ ਚੀਜ਼ ਹੈ, ਪਰ ਕੋਈ ਚੀਜ਼ ਸਾਨੂੰ ਲੱਗੇ ਵੀ ਹੋ ਗਈ ਇਹ ਹੋਰ ਹੈ, ਬੜਾ ਵੱਡਾ ਫਰਕ ਹੈ। ਸਾਨੂੰ ਕਈ ਵਾਰੀ ਲੱਗਣ ਲੱਗ ਪੈਂਦਾ ਵੀ ਹੋ ਗਿਆ, ਹੁੰਦਾ ਨਹੀਂ ਉੱਥੇ। ਉਹ ਸਾਡੀ ਇੱਕ ਭਰਮ ਸਥਿਤੀ ਹੁੰਦੀ ਹੈ। ਕੁਝ ਲੋਕ ਸਾਨੂੰ ਕਹਿ ਦਿੰਦੇ ਨੇ ਆਲੇ ਦੁਆਲੇ ਤੋਂ ਵੀ ਇਹਦੇ ਤੇ ਬੜੀ ਕਿਰਪਾ ਹੋ ਗਈ ਏ, ਇਹਦੇ ਤੇ ਬੜੀ ਰਹਿਮਤ ਹੋ ਗਈ ਏ। ਹੋਰ ਦੋ ਚਾਰ ਇੱਧਰੋਂ ਉੱਧਰੋਂ ਸਾਡੇ ਉੱਤੇ ਲੋਕ ਨਾਂ ਚਿਪਕਾ ਦਿੰਦੇ ਨੇ ਤੇ ਅਸੀਂ ਭਰਮ ਵਿੱਚ ਪੈ ਕੇ ਉੱਥੇ ਹੀ ਸੋਚ ਲੈਂਦੇ ਹਾਂ ਬਸ ਹੋ ਗਿਆ, ਬਸ ਹੋ ਗਿਆ। ਹੋਇਆ ਉੱਥੇ ਕੁਝ ਵੀ ਨਹੀਂ, ਹੋਇਆ ਉੱਥੇ ਕੁਝ ਵੀ ਨਹੀਂ। ਇਸ ਲਈ ਉਹ ਗਿਆਨ ਸਾਨੂੰ ਖਤਰੇ ਵਿੱਚ ਪਾ ਜਾਂਦਾ ਹੈ, ਕਿਉਂਕਿ ਅਸੀਂ ਉੱਥੇ ਦੇ ਉੱਥੇ ਹੀ ਬੈਠ ਜਾਂਦੇ ਹਾਂ। ਸਾਰੇ ਲੋਕ ਹੀ ਕਹੀ ਜਾ ਰਹੇ ਨੇ ਇਹਦੇ ਉੱਤੇ ਬੜੀ ਸੁੰਦਰ ਕਹਾਣੀ ਹੈ।
कि वार-वार जंगली जानवर फड़े जाते सन। उन्हां दा एक फिरका शिकारी आउंदे सन ते जाल सिट के फड़ लेंदे सन। उन्हां दा खानदान खत्म होने दे नेड़े आ गया सी। फिक्र पै गया उन्हां वड्डे वडेरियां नूं भी साडी नस्ल खत्म हो जाएगी। शिकारी बड़े खतरनाक ने, वो पहलां दाणे खिलारदे ने, फिर वो जिहड़े उकाब सन, जिहड़े पंछी सन, वो बेचारे चुगन लग पैंदे, उत्तों जाल पांदा। ਜਿਹੜੀ एक पीढ़ी तैयार हुंदी सी वो सारे फड़ के लै जांदा। अगों फिर किन्ने सालां बाद फिर उन्हां दी पैदाइश हुंदी, फिर एक पीढ़ी बनदी, फिर खत्म हो जाती। उन्हां नूं खतरा पै गया भी साडी पीढ़ी खत्म हो जाएगी। अखीर नूं उन्हां ने एक इकट्ठ कीता भी अपनी पीढ़ी नूं किवें बचाईए। ये शिकारी बड़े खतरनाक ने, दाणे सुੱਟਦੇ ने, असीं चुगने आ, वो जाल पा के लै जांदे ने। तो उन्हां दा जिहड़ा एक वड्डा सी उन्हें क्लास लाई, कहंदे 1 घंटा मेरे कोल आया करो, मेरे पिछे बोलो, क्योंकि असीं तां ही जाल विच फसने आ जे पहलां दाणे चुगने आ। इसलिए मैं तुहानूं एक चीज़ याद कराउणी है कि ना जाल विच फसना है, ना दाणे चुगने ने, ना जाल विच फसना है। ये 2 फिक्रे मैं अगे बोलना ते तुसीं पिछे बोलो। ना दाणे चुगने ने, ना जाल विच फसना। हुण रोज़ क्लास लाउंदा ते अटेंड करदे ने, सारिआं नूं ये मुहावरा रटिया गया। इन्ना रटिया गया भी कई ते पंछी रात नूं भी बोली जांदे ने, ना दाणे चुगने ने, ना जाल विच फसना। ना दाणे चुगने ने, ना जाल विच फसना। पर एक दिन समा आया, लैसन ते पक चुका सी। शिकारी ने दाणे खिलारे, पर आदत ते पुरानी सी चोगा खाण दी। वो पंछी ये कहंदे कहंदे ना दाणे चुगने ने, ना जाल विच फसना, उत्थे चले गए जिथे दाणे खिलरे होए सन। नाले चुगी जांदे ने, नाले कही जांदे ने ना दाणे चुगने ने, ना जाल विच फसना। नाले दाणे चुगी गए। ते हैरानी इस गल दी कि शिकारी ने जाल सिटिया ते उन्हें सारे पंछी फड़ लै, ते जाल दे विच फसे भी कही जांदे ने, ना दाणे चुगने ने, ना जाल विच फसना। मुहावरा बन गया, सबक पक गया। इस तरह वापरदा जगत विच। असी कही जाने आ माड़ा है, चंगा है। कबीर साहब कहंदे ने कि हाथ दीप कूए पड़े, हथ विच दीवा फड़ के वेख के राह, फिर टोए विच पैर रखना। इत्थे उस ब्राह्मण नूं कह रहे ने, एको एक कहे सब कोई। बड़े लोग एक एक कह रहे ने, एक रब नूं जप रहे ने। बड़ियां ने अपनियां गड्डियां ते लिखाया होया, बड़ियां ने अपने घरां ते लिखाया होया, पर वो जिंदगी दे विच वसे जिन्ना चिर ना जिंदगी दा हिस्सा ना बने तो काम किवें करेगा। इसलिए हजूर कहंदे एको एक कहे सब कोई, हौ मैं गर्भ व्यापै। एक पासे तां एक रब नूं जपदे हन, पर जिस मन दे विच, जिस धरती विच उस एक नूं टिकाउणा है, उत्थे हौमै दी मैल पई हुई है। वो भांडा मैला है, ना ते मैल छुटदी है ते नाल एक एक भी कही जांदा, नाल जपी भी जांदा है। दोवें चीज़ां इकट्ठियां ने। हजूर अगे उन्हूं समझाउंदे हन, कहंदे अंतर बाहर एक पछाण है, इउं घर महल संझापै। उन्हें पूछा जी फिर कहिए ना, फिर जपिए ना उन्हूं। हजूर ने कहा क्या, क्यों नहीं जपना, क्यों नहीं जपना बड़ा जरूरी है। फिर तुसी नाले कहंदे हो कि क्यों एक एक कर रहे हो, क्यों जप रहे हो। कहंदे जपो भी ते ओदी हजूरी विच भी रहो। 2 काम इकट्ठे करो। जिन्नू जपदे हो इंज जानो वो मेरी गल सुनदा पिया। इनू कहंदे हजूरी विच रहना, शरण विच रहना, गुरु दी गोद विच बह के जपना। एक नू जपना। तां ही सियाणियां ने कहा, जदों गुरु नानक देव जी तेरा तेरा कहंदे सन, एक बारी वो तेरा कहंदे सन ते अगों परमात्मा कहंदा सी नानक तू मेरा, ते फिर वो कहंदे सन मैं तेरा। दोवां दा कनैक्शन बन गया, जोड़ बन गया। उन्होंने कोल समझ के इंज जानो
कि वो तुहाडी गल सुनदा है, तुहाडे कोल है, तुहाडे नेड़े है, उहदे नाल रहन लग पो। जिन्हों गुरु अमरदास सच्चे पातशाह कहंदे, ए मन मेरेआ तू सदा रहो हर नाले, हर नाल रहो तू मन मेरे, दुख सब विसारना। जे तू नाल रहन दी जाच सिख लै ते फिर तेरा दुख विसर जाएगा। पर गुरु दे नाल रहना बड़ा सौखा है। गुरु तो ते बंदा फसिया गुरु कोल रहिंदा। जे सच्चाई है, घर दे विच शादी होवे पाठ कराउणा पैंदा है, डर है, रवायत है, अखंड पाठ कराया गया ते भाई साहब नूं फिर यही पुछदे रहिंदे किन्ने कु वजे समाप्ति करोगे, कदों निबेड़ोगे काम, क्यों जी की गल। वो फिर कहंदे लेट हुंदा ना, पेटियां भी लियाउणियां ने धर के शराब दियां, जिन्ना चिर गुरु साहब ना जाण वो किवें चले। आदमी इस तरह सौदा करदा गुरु नाल, रब दे नाल। एक पासे वो धर्मी भी बनना चाहुंदा है क्योंकि उहदे अंदर एक डर है, प्रेम नहीं है, डर विच कर रहा है, रवायतां बणियां ने, उहदे तो घबराया होया, डरिया। हजूर कहंदे तू उहदे नाल रहन नूं तैयार नहीं है। वो भी लोग सन जिहड़े गुरु दे नाल रहन वास्ते तरसदे रहे, गुरु दे नाल रहन वास्ते अरदास करते रहे। पर वो भी लोग ने जिहड़े मजबूरन गुरु दे कोल रहिंदे ने, उन्हां दा विशा कोल रहना नहीं। इस करके उस पंडित नूं समझा रहे ने, कहंदे अंतर बाहर एको जानो, एक पछाणा है अपने अंदर मन दे विच, ते जदों बाहर वेखना है उहनूं एक नूं पहचान। इउं घर महल संझापै, फिर तेनू पहचान आ जाएगी तेरा परमात्मा किथे है। जिन्नू तू जपना है वो किहड़ी थां ते रहिंदा है, वो किहड़ा थां है। इस तो अगे हजूर ने बचन कीते, कहंदे प्रभ नेड़ा हर दूर ना जानो। इहदे ते जोर दे रहे ने वार वार, उहनूं नेड़े जान, कोल जान, कला ना रहा कर, उहदे नाल नाल तुरिया कर, उहदा संग साथ मानण दी कोशिश कर। आ भाई रणधीर सिंह होरी जदों लाहौर जेल दे अंदर सन, ते अंदर किते प्यार दे विच कोई शब्द पढ़ रहे सन। पहरेदार कोलों लंघिया, रात दा वक्त सी, उन्होंने आवाज़ आई जिवें कोई अंदर दो जने गल्लां कर रहे ने। शक पै गया, कोई बाहरों आ ते नहीं गया इन्हां नूं कड्ढण वास्ते। दौड़िया दौड़िया गया, जेलर नूं बुला लिया। उन्हें क्या भाई रणधीर सिंह दे कमरे विच कोई दूजा आदमी है। उन्हें क्या तू किवें, कहंदे गल्लां करदियां दी आवाज़ आउंदी है। दोवें जने आए, सारी सुरक्षा कर्मचारी इकट्ठे हो गए, दरवाज़ा खड़काया गया। भाई साहब ने दरवाज़ा खोलिया, जेलर सुपरडेंट कहंदा जी तुहाडे कमरे विच कौन है। ते भाई रणधीर सिंह कहंदे तुहाडे सामने कमरा देख लो कौन है। कहन लगे हुण ते कल्ला ही है तू, आ थोड़ा चिर पहला तेरे नाल कोई गल्लां करदा सी, तू किसे नाल बोलदा सी, तू किसे नाल गल कर रहा सी। ते साध संगत उन्होंने प्यार विच आके कहा जेलर साहब ये तो तुहाडा भुलेखा है, इस जगत दे लोग कल्ले रहिंदे ने, कईयां दे विच रहिंदियां भी, पर तुहानूं ये पता होना चाहिए भी सिख कदी कल्ला नहीं हुंदा, वो जिथे हुंदा उहदा गुरु उहदे नाल हुंदा है, दो इकट्ठे हुंदे ने। ये तो तुहानूं भुलेखा, साडे विच ते एक आम संसारी विच ये ते फर्क है, वो इकल्ला है ही नहीं, उहदे नाल सदा वो खड़ा होया, नाल टिकिया होया। इस करके वो नाल उन्होंने प्यार नाल ये शब्द पढ़िया, गुर मेरे संग सदा है नाले, गुर मेरे संग सदा है नाले, गुर मेरे गुर मेरे संग सदा है नाले, गुर मेरे संग सदा है नाले।
सिमर सिमर तिस सदा संभाले, सिमर सिमर तिस सदा संभाले। गुर मेरे संग सदा है नाले, गुर मेरे संग सदा है नाले। जिस मनुख दे जीवन दे विच गुरु है, ओदी जीवन का ढंग बदल जाता, वखरा हो जाता। बड़ा अजीब, मैं एक छोटी जी घटना पढ़ी तुहाडे नाल साझी कर दियां। गुरु नानक देव जी दे सरीरक तौर ते कौतक वरतान तो बाद भाई लहणा जी नूं गुरु थापिया। गुरु अंगद देव जी नूं कहा बई लहणिया तू हुण करतारपुर छड्ड के खंडूर चला जा। खंडूर साहब माई बिराई रहिंदी सी। गुरु अंगद देव जी दी भूआ सी, उत्थे गए। वेख के हैरान हो गए भी इकल्ले आ गए ने, कोई सिख नाल नहीं, ते गुरु पदवी मिल चुकी सी। अगों दौड़ के गई, नमस्कार कीती, ते गुरु अंगद देव पातशाह जी कहंदे ने कि माई बिराई, मैं तेरे घर रहना, मैनू एक कमरा दे दे, पर एक शर्त है, किसे नू दसी ना बई मैं तेरे घर। किसे नू तू खबर नहीं देनी, भावें तेनू कोई पुछदा भी रहे। हुण गुरु दा हुक्म सी, कहन लगी भी जिवें हुक्म, पर है बड़ा औखा है। कहंदे बस मैं तेरे घर रवांगा ही, तां बड़ा औखा सी। इत्थे किसी ने बड़े प्यार विच लिखिया है कि एक कमरा दे दिता, अंदर बैठ गए, पर संगतां लभण लग पईयां। कई दिन लंघ गए, फिर गए बाबा बुढ़ा साहब कोल। उन्हां नूं कहा भी गुरु नानक ने तुहानूं कहा सी भी तेरे वास्ते मैं कदी दरवाजा नहीं बंद करांगा, ये बख्शिश कीती सी, तेरे तोले कदे ना हो सन, तुसीं किरपा करो कित्थे ने लभो। ते बाबा बुढ़ा साहब संगत नूं नाल लैके माई बिराई दे घर चले गए। जदों माई बिराई दे घर गए ना, ते माई विचारी बैठी बाहर मंजे ते। गुरु अंगद देव जी एक कमरे विच ने, अंदरों कुंडी बंद, दरवाजा कोई अंदर किसे दा आउण जाण नहीं, सब चुपचाप। ते जदों सारी संगत आई वेखी ना, माई नूं फिक्र पै गया भी हुण जवाब की देंगे। एक पासे गुरु दा हुक्म भी दसना नहीं, एक पासे संगत आ गई। संगत सारी सत्कार कीता, खड़ी हो गई। ते बाबा बुढ़ा साहब कहंदे ने कि माई बिराई, तेरे घर गुरु अंगद देव जी आए ने, मंजे ते बैठी चुप कर गई। हुण ना तो यह कह सकती भी है नहीं, पर गुरु दा हुक्म है, दसना नहीं तू मेरे घर विच। और ये सिद्धांत जुगो जुग अटल है। गुरु जिस मनुख दे हिरदे विच टिकिया होवेगा, वो बोल के नहीं कहेगा मेरे कोल है, ये निशानी पक्की है। वो ऐलान नहीं करेगा। और जेड़े लोग ऐलान करते जो उन्हां कोल है ही कोई नहीं जे, जेड़े कहंदे ना साडी इत्थे सुरत अपड़ गई जी, इत्थे चली गई जे, है नहीं उन्हां कोल, ये सिद्धांत ही नहीं है। गुरु दा हुक्म पहला ही सी, उन्हें पहला ही माई दे नाल समझौता किया, मैं तेरे घर विच तां रहना, किसी नूं कहना नहीं भी तू मेरे घर विच है, पर रवांगा जरूर, तू कहना नहीं। इस दुनिया का एक बहुत भारा नेम है। पर दूजे पासों कहंदे ने है कि नहीं, ते माई नहीं भी नहीं कहंदी, ना भी नहीं करती, क्योंकि है भी। बस ओदा जवाब इको है, चुप। चुप करके बैठ गई। ते बाबे बुढ़े ने कहा, माई दे घर गुरु है, बोलती नहीं, पर इहदियां अखां दी चमक ते इहदे चेहरे दा प्रभाव दसदा गुरु इहदे घर ही है, जरूर इहदे घर है। ये पूर्ण उस गुरमुख की अवस्था है जिहदे अंदर है
ਉਹਨੂੰ ਲੱਖ ਲੋਕ ਆ ਕੇ ਟੈਸਟ ਕਰਨ ਵੀ ਦੱਸ ਹੈ ਕੁਝ ਗੱਲ ਹੈ ਕਿੱਥੇ, ਕਦੀ ਜਵਾਬ ਨਹੀਂ ਦੇਗਾ ਤੇ ਨਾ ਕਰੇਗਾ, ਦੋਵੇਂ ਕੰਮ ਨਹੀਂ ਹੋਣਗੇ। ਇਹ ਸੰਪੂਰਨ ਉਹਦੀ ਦਸ਼ਾ ਹੈ। ਇਸ ਕਰਕੇ ਜਿਹਦੇ ਜੀਵਨ ਵਿੱਚ ਇੱਕ ਦੀ ਜਿਹੜੀ ਨੇੜਤਾ ਹੈ ਜਿਉਂ-ਜਿਉਂ ਵੱਧਦੀ ਏ, ਸਤਿਗੁਰੂ ਕਹਿੰਦੇ ਉਹਨੂੰ ਨੇੜੇ ਜਾਣ ਪਹਿਲਾਂ ਸਮਝ ਤੇਰੇ ਨਾਲ ਹੈ। ਜਦੋਂ ਤੂੰ ਸਮਝੇਗਾ ਤੇ ਫਿਰ ਤੈਨੂੰ ਭਾਸ਼ਣ ਵੀ ਲੱਗ ਪਏਗਾ। ਪਹਿਲਾਂ ਸਮਝ ਨੂੰ ਉੱਚਾ ਕਰ। ਸੱਚੇ ਪਾਤਸ਼ਾਹ ਕਹਿੰਦੇ, ਕਹਿਣ ਲੱਗੇ ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਬਾਈ। ਇਹ ਸਾਰੀ ਸ੍ਰਿਸ਼ਟੀ ਇੱਕ ਤੋਂ ਹੀ ਪੈਦਾ ਹੋਈ ਹੈ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਇੱਕੋ ਓੰਕਾਰ ਸਾਰਿਆਂ ਵਿੱਚ ਸਮਾਇਆ, ਕੋਈ ਦੂਜਾ ਨਹੀਂ। ਜਿਹੜੇ ਉਸ ਨੂੰ ਕਹਿੰਦੇ ਨੇ, ਜਪਦੇ ਨੇ ਤੇ ਪਿਆਰ ਵਿੱਚ ਕੋਲ ਸਮਝਦੇ ਨੇ, ਉਹਨਾਂ ਨੂੰ ਉਹਦੇ ਨਾਲ ਪਿਆਰ ਬਣਦਾ, ਸਾਂਝ ਬਣਦੀ ਏ। ਸੋ ਆਓ ਫਿਰ ਸਮਾਪਤੀ ਕਰੀਏ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਇਹ ਸਤਿਗੁਰਾਂ ਨੇ ਇਸ ਦੱਖਣੀ ਓੰਕਾਰ ਨਾਮਕ ਬਾਣੀ ਵਿੱਚ ਉਸ ਪੰਡਤ ਨੂੰ ਵਾਰ-ਵਾਰ ਕੀਤੇ ਹੋਏ ਕਈ ਸਵਾਲਾਂ ਦਾ ਜਵਾਬ, ਜੋ ਸਾਡੇ ਵੀ ਸਵਾਲ ਹਜ਼ੂਰ ਇਸੇ ਤਰ੍ਹਾਂ ਜਵਾਬ ਦਿੰਦੇ ਜਾ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਵੀ ਸੇਵਾ ਆਪ ਕਰਵਾਉਣ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਅੰਤ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।